ही तू 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 ही ਵਾਹਿਗੁਰੂ ਵਾਹਿਗੁਰੂ। ਕੰਪਲੈਕਸ ਫਰਾਂਸ ਵਿੱਚ ਸਟੂਡੀਓ ਵਿੱਚੋਂ ਅੱਜ ਤੂੰ ਹੀ ਤੂੰ ਦਾ ਪ੍ਰੋਗਰਾਮ ਲੈ ਕੇ ਦਾਸ ਆਪ ਜੀ ਲਈ ਹਾਜ਼ਰ ਹੈ। ਆਪ ਜੀ ਬਹੁਤ ਪਿਆਰ ਦਿੰਦੇ ਹੋ, ਅਸੀਸਾਂ ਦਿੰਦੇ ਹੋ, ਬਖਸ਼ਿਸ਼ਾਂ ਕਰਦੇ ਹੋ ਕਿ ਜਿਹੜਾ ਤੂੰ ਹੀ ਤੂੰ ਦਾ ਪ੍ਰੋਗਰਾਮ ਹੈ ਅਸੀਂ ਆਪ ਜੀ ਲਈ ਹਰ ਹਫ਼ਤੇ ਲੈ ਕੇ ਆਉਂਦੇ ਹਾਂ ਔਰ ਕੋਸ਼ਿਸ਼ ਕਰਦੇ ਹਾਂ ਕਿ ਆਕਾਰ ਪੁਰਖ ਵਾਹਿਗੁਰੂ ਵੱਲੋਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਜੋ ਵੀ ਉਸਨੇ ਬਖਸ਼ਿਸ਼ ਕੀਤੀ ਹੈ ਉਹ ਆਪ ਜੀ ਨਾਲ ਸਾਂਝੀਆਂ ਕੀਤੀਆਂ ਜਾਣ, ਵਿਚਾਰਾਂ ਕੀਤੀਆਂ ਜਾਣ। ਵਿਚਾਰ ਕਰਦਿਆਂ ਮੇਰੀ ਇਹ ਕੋਈ ਕੋਸ਼ਿਸ਼ ਨਹੀਂ ਜਾਂ ਇਹ ਮੇਰਾ ਕੋਈ ਦਾਅਵਾ ਨਹੀਂ ਕਿ ਜੋ ਕੁਛ ਮੈਂ ਬੋਲ ਰਿਹਾ ਪੂਰਨ ਤੌਰ 'ਤੇ ਸੱਚ ਆ। ਇਹ ਤੁਸੀਂ ਪਰਖ ਕਰਨੀ ਹੈ, ਤੁਸੀਂ ਸੋਚਣਾ ਹੈ ਕਿ ਉਹਦੇ ਵਿੱਚੋਂ ਆਪ ਜੀ ਨੂੰ ਕਿੰਨਾ ਠੀਕ ਲੱਗਦਾ ਹੈ, ਕਿੰਨਾ ਗਲਤ ਲੱਗਦਾ ਹੈ। ਜੋ ਵੀ ਆਪ ਜੀ ਨੂੰ ਚੰਗਾ ਲੱਗੇ ਆਪ ਜੀ ਨੇ ਉਹ ਤੋਂ ਲਾਭ ਲੈਣ ਦੀ ਕੋਸ਼ਿਸ਼ ਕਰਨੀ। ਜੇ ਅਗਰ ਨਾ ਚੰਗਾ ਲੱਗੇ ਤਾਂ ਮੈਨੂੰ ਵਾਪਸ ਮੇਰੀ ਝੋਲੀ ਦੇ ਵਿੱਚ ਪਾ ਦੇਣਾ, ਪਰ ਕੋਸ਼ਿਸ਼ ਕਰਨੀ ਕਿ ਆਪਾਂ ਉਹ ਜਿਹੜੀਆਂ ਵਿਚਾਰਾਂ ਗੁਰੂ ਮਹਾਰਾਜ ਦੀ ਬਖਸ਼ਿਸ਼ ਦੁਆਰਾ ਆ ਰਹੀਆਂ ਹਨ ਆਪਾਂ ਉਹਨਾਂ ਨੂੰ ਵਿਚਾਰੀਏ, ਉਹਨਾਂ 'ਤੇ ਗੱਲਬਾਤ ਕਰੀਏ। ਜੇ ਦੁਨੀਆ ਦਾ ਸਾਰਾ ਆਪਾਂ ਸਿਸਟਮ ਲਾ ਕੇ ਦੇਖੀਏ, ਜਦੋਂ ਦੀ ਦੁਨੀਆ ਬਣੀ ਹੈ ਆਮ ਤੌਰ 'ਤੇ ਸਵਾਲ ਆਉਂਦੇ ਆ ਵੀ ਕਿਹੜਾ ਧਰਮ ਚੰਗਾ ਹੈ, ਅਤੇ ਜੇ ਰੱਬ ਨੇ ਸਾਰੇ ਧਰਮ ਬਣਾਏ ਆ ਤਾਂ ਇੰਨੇ ਧਰਮ ਰੱਬ ਨੇ ਕਿਉਂ ਬਣਾਏ? ਰੱਬ ਨੂੰ ਕੀ ਲੋੜ ਪੈ ਗਈ ਕੋਈ ਇੰਨੇ ਧਰਮ ਬਣਾਵੇ? ਜੇ ਸਾਰੇ ਧਰਮ ਬਣਾਏ ਹੀ ਉਹਦੇ ਆ ਤਾਂ ਇੱਕ ਤੋਂ ਬਾਅਦ ਦੂਸਰਾ ਧਰਮ, ਦੂਸਰੇ ਤੋਂ ਬਾਅਦ ਤੀਸਰਾ ਧਰਮ, ਤੀਸਰੇ ਤੋਂ ਬਾਅਦ ਚੌਥਾ ਧਰਮ ਇਹ ਕਿਉਂ ਬਣਾਏ ਜਾਂ ਕਿਉਂ ਹੋਏ? ਔਰ ਜਿਹੜੇ ਮੇਨ ਧਰਮਾਂ ਦੀ ਗੱਲ ਤਾਂ ਇੱਕ ਵੱਖਰੀ ਗੱਲ ਆ ਜਾਂਦੀ ਹੈ। ਜਿਹੜੇ 5 7 10 ਜਿਹੜੇ ਮੇਨ ਧਰਮ ਇਸ ਦੁਨੀਆ 'ਤੇ ਹਨ, ਪਰ ਉਸ ਤੋਂ ਬਾਹਰ ਇੰਨੇ ਫਿਰਕੇ ਹਨ, ਇੰਨੀਆਂ ਸੰਸਥਾਵਾਂ ਹਨ, ਇੰਨੇ ਡੇਰੇ ਹਨ। ਸਾਰੇ ਧਰਮਾਂ ਦੇ ਵਿੱਚ ਛੋਟੇ ਛੋਟੇ ਭਾਗ ਬਣੇ ਆ। ਕਈ ਟੈਲੀਵਿਜ਼ਨ ਅਸੀਂ ਦੇਖਦੇ ਹਾਂ, ਉਹਨਾਂ ਦੇ ਵਿੱਚ ਵਾਰ-ਵਾਰ ਵੱਖਰੇ ਵੱਖਰੇ ਡੇਰੇਦਾਰ ਆਪੋ ਆਪਣੇ ਤਰੀਕੇ ਨਾਲ ਆ ਕੇ ਗੱਲਾਂ ਬਾਤਾਂ ਕਰਦੇ ਹਨ। ਸਮੇਂ-ਸਮੇਂ ਉਹੀ ਵਿਚਾਰਾਂ ਜਿਹੜੀਆਂ ਘੁੰਮਦੀਆਂ ਰਹਿੰਦੀਆਂ ਹਨ, ਪਰ ਅਸਲੀ ਮਕਸਦ ਜਿਹੜੀ ਆ, ਅਸਲੀ ਗੱਲ ਜਿਹੜੀ ਆ ਉਹ ਕੀ ਆ ਅਤੇ ਕਿੱਥੋਂ ਸ਼ੁਰੂ ਹੁੰਦੀ ਹੈ? ਆਪਾਂ ਕੋਸ਼ਿਸ਼ ਕਰਾਂਗੇ ਕਿ ਇਸ ਥੋੜ੍ਹੇ ਜਿਹੇ ਸਮੇਂ ਦੇ ਵਿੱਚ ਉਸ ਤੱਕ ਪਹੁੰਚਣ ਦੀ, ਉਹਨਾਂ ਵਿਚਾਰਾਂ ਤੱਕ ਪਹੁੰਚਣ ਦੀ, ਅਤੇ ਉਹ ਤੋਂ ਸਾਨੂੰ ਕੁਛ ਲਾਭ ਲੈ ਸਕੇ। ਇੱਕ ਗੱਲ ਤਾਂ ਸਪਸ਼ਟ ਸਾਰਿਆਂ ਦੇ ਸਾਹਮਣੇ ਹੈ ਕਿ ਇਸ ਜਨਮ ਦਾ ਕੋਈ ਮਕਸਦ ਹੈ ਜਿਹੜਾ ਅਕਾਲ ਪੁਰਖ ਵਾਹਿਗੁਰੂ ਨੇ ਸਾਨੂੰ ਦਿੱਤਾ ਹੈ, ਅਤੇ ਗੁਰਬਾਣੀ ਵਿੱਚ ਉਸ ਨੂੰ ਬੜੇ ਸ਼ਬਦ, ਸਰਲ ਸ਼ਬਦਾਂ ਦੇ ਵਿੱਚ ਆਖਿਆ ਗਿਆ ਹੈ। ਭਈ ਪ੍ਰਾਪਤ ਮਨੁੱਖ ਦੇ ਹਰੀਆ, ਗੋਬਿੰਦ ਮਿਲਨ ਕੀ ਇਹ ਤਰੇ ਬਰੀਆ, ਅਬਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਔਰ ਇੱਥੇ ਤੱਕ ਤਾਂ ਇਹ ਥੋੜ੍ਹੀ ਜਿਹੀ ਸਮਝ ਆਉਂਦੀ ਆ ਵੀ ਇਹ ਜਿਹੜਾ ਜਨਮ ਹੈ ਅਕਾਲ ਪੁਰਖ ਵਾਹਿਗੁਰੂ ਨੇ ਸਾਨੂੰ ਇਸ ਜਨਮ ਦੀ ਅਸੀਂ ਕੋਈ ਕੀਮਤ ਨਹੀਂ ਦਿੱਤੀ, ਅਸੀਂ ਕੋਈ ਆਪਣੀ ਮਰਜ਼ੀ ਨਾਲ ਨਹੀਂ ਲਿਆ, ਅਸੀਂ ਕੋਈ ਸਿਫਾਰਿਸ਼ ਨਹੀਂ ਪਾਈ, ਪਰ ਅਕਾਲ ਪੁਰਖ ਵਾਹਿਗੁਰੂ ਨੇ ਸਾਡੇ ਉੱਤੇ ਕਿਰਪਾ ਕਰਕੇ ਇਹ ਸਾਡੇ ਉੱਤੇ ਬਖਸ਼ਿਸ਼ ਕੀਤੀ। ਸਭ ਤੋਂ ਪਹਿਲੋਂ ਹੋਰ ਆਪਾਂ ਇਸ ਵਿਚਾਰ ਨੂੰ ਅੱਗੇ ਲੈ ਕੇ ਜਾਈਏ ਅਤੇ ਸਾਨੂੰ ਇਸ ਗੱਲ ਨੂੰ ਆਪਣੇ ਮਨ ਦੇ ਵਿੱਚ ਵਸਾ ਲੈਣਾ ਚਾਹੀਦਾ। ਸਾਡਾ ਦੁਖਾਂਤ ਇਹੀ ਆ ਕਿ ਅਸੀਂ ਇਸ ਗੱਲ ਨੂੰ ਨਹੀਂ ਹਜੇ ਤੱਕ ਸਮਝ ਸਕੇ ਕਿ ਜਿਹੜਾ ਜਨਮ ਇਹ ਸਾਨੂੰ ਮਿਲਿਆ ਅਕਾਲ ਪੁਰਖ ਵਾਹਿਗੁਰੂ ਨੇ ਕਿਰਪਾ ਕਰਕੇ, ਤਰਸ ਕਰਕੇ ਸਾਨੂੰ ਦਿੱਤਾ। ਕਿਹੜੇ ਘਰ ਦੇ ਵਿੱਚ ਦਿੱਤਾ, ਕਿਹੜੇ ਪਰਿਵਾਰ ਵਿੱਚ ਦਿੱਤਾ, ਅਸੀਂ ਇਹਦੀ ਕੋਈ ਡਿਮਾਂਡ ਨਹੀਂ ਕੀਤੀ, ਅਸੀਂ ਇਹਦੀ ਕੋਈ ਐਪਲੀਕੇਸ਼ਨ ਨਹੀਂ ਪਾਈ, ਪਰ ਅਕਾਲ ਪੁਰਖ ਵਾਹਿਗੁਰੂ ਨੇ ਸਾਡੇ ਪੂਰਬਲੇ ਕਰਮਾਂ ਦੇ ਹਿਸਾਬ ਦੇ ਨਾਲ ਸਾਨੂੰ ਇਹ ਜਨਮ ਦਿੱਤਾ। ਔਰ ਇਸ ਜਨਮ ਦੇ ਵਿੱਚ ਅਸੀਂ ਇਹ ਦੇਖਿਆ ਕਿ ਦੋ ਗੱਲਾਂ ਜਿਹੜੀਆਂ
ਜਿਨ੍ਹਾਂ ਦਾ ਆਮ ਤੌਰ 'ਤੇ ਜ਼ਿਕਰ ਆਉਂਦਾ ਹੈ ਕਿ ਬੰਦਾ ਜਿਹੜਾ ਹੈ ਮੈਂ ਮੇਰੀ ਮੇਰੀ ਸਾਰੀ ਉਮਰ ਜਿਹੜਾ ਆ ਉਹ ਸਿਸਟਮ ਜਿਹੜਾ ਆਪਣਾ ਕਰਦਾ ਰਹਿੰਦਾ। ਤੇ ਦੂਏ ਪਾਸੇ ਹੈ ਤੂੰ ਹੀ ਤੂੰ। ਇਹ ਦੋ ਚੀਜ਼ਾਂ ਜਿਹੜੀਆਂ ਚੱਲ ਰਹੀਆਂ ਹਨ। ਔਰ ਇਹ ਵੀ ਗੱਲ ਪੂਰੀ ਸਾਹਮਣੇ ਆਉਂਦੀ ਹੈ ਅਗਰ ਜਦੋਂ ਅਸੀਂ ਵਿਚਾਰਾਂ ਕਰਦੇ ਹਾਂ, ਹਉਮੈ ਨਾਮੇ ਨਾਲ ਵਿਰੋਧ ਹੈ, ਦੋ ਨਾ ਵਸੇ ਇੱਕ ਥਾਂ। ਇਹ ਵੀ ਗੁਰਬਾਣੀ ਦਾ ਸ਼ਬਦ ਹੈ, ਗੁਰਬਾਣੀ ਦੇ ਵਿੱਚ ਆਉਂਦਾ ਹੈ। ਔਰ ਦੁਨੀਆ ਦੇ ਸਾਰੇ ਧਰਮ ਵੀ ਇਸ ਚੀਜ਼ ਨੂੰ ਮੰਨਦੇ ਹਨ ਕਿ ਜਿੱਥੇ ਮੈਂ ਹੈ ਉੱਥੇ ਤੂੰ ਨਹੀਂ ਹੋ ਸਕਦਾ, ਅਤੇ ਜਿੱਥੇ ਤੂੰ ਹੈ ਉੱਥੇ ਮੈਂ ਨਹੀਂ ਰਹਿ ਸਕਦੀ। ਪਰ ਉਹ ਮੈਂ ਕਿੱਥੋਂ ਆਈ ਅਤੇ ਤੂੰ ਕਿੱਥੋਂ ਆਇਆ, ਇਹ ਵਿਚਾਰ ਜਿਹੜੀ ਆ ਬੜਾ ਡੂੰਘਾਈ ਤੱਕ ਸਾਨੂੰ ਸੋਚਣ 'ਤੇ ਮਜਬੂਰ ਕਰਦੀ ਆ। ਜਦੋਂ ਆਪਾਂ ਇਸ ਨੂੰ ਥੋੜ੍ਹੀ ਜਿਹੀ ਡੂੰਘਾਈ ਨਾਲ ਸੋਚੀਏ ਕਿ ਜਿਹੜੀ ਮੈਂ ਹੈ ਪੈਦਾ ਕਿੱਥੋਂ ਹੋਈ ਹੈ। ਇਹ ਮੈਂ ਜਿਹੜੀ ਆ ਸਾਡੀ ਜੀਭ ਦੇ ਵਿੱਚੋਂ ਨਿਕਲਦੀ ਆ, ਸਾਡੇ ਮੁੱਖ ਦੇ ਵਿੱਚੋਂ ਨਿਕਲਦੀ ਆ। ਪਰ ਜਦੋਂ ਮੈਂ ਆਈ ਉਦੋਂ ਤੂੰ ਆਇਆ, ਜਦੋਂ ਤੂੰ ਆਇਆ ਉਦੋਂ ਮੈਂ ਆਈ। ਜੇ ਮੈਂ ਨਹੀਂ, ਮੈਂ ਮਤਲਬ ਸਰੀਰ, ਸਰੀਰਕ ਤੌਰ ਦੇ ਉੱਤੇ, ਅਤੇ ਤੂੰ ਜਿੰਨੀ ਦੇਰ ਆ ਇਸ ਸਰੀਰ ਦੇ ਵਿੱਚ ਆਤਮਿਕ ਤੌਰ ਦੇ ਉੱਤੇ ਅਕਾਲ ਪੁਰਖ ਵਾਹਿਗੁਰੂ, ਕਿਉਂਕਿ ਉਹ ਆਤਮਾ ਆ, ਪਰਮਾਤਮਾ ਆ, ਸਾਡੇ ਵਿੱਚ ਉਹਦੀ ਆਤਮਾ ਆ, ਜਿਹਨੂੰ ਅਸੀਂ ਤੂੰ ਕਹਿ ਸਕਦੇ ਹਾਂ, ਕਿਉਂਕਿ ਤੂੰ ਅਕਾਲ ਪੁਰਖ ਵਾਹਿਗੁਰੂ ਵਾਸਤੇ ਵਰਤਿਆ ਗਿਆ ਹੈ। ਮੈਂ ਇਹ ਸਰੀਰ ਵਾਸਤੇ ਹੋ ਗਿਆ। ਇਹ ਜਿਹੜਾ ਸਰੀਰ ਹੈ, ਸਰੀਰ ਕਰਕੇ ਹੀ ਮੈਂ ਮੇਰੀ, ਅਸੀਂ ਜਦੋਂ ਵੀ ਗੱਲ ਕਰਦੇ ਹਾਂ ਇਹ ਸਰੀਰ ਕਰਕੇ ਕਰਦੇ ਹਾਂ ਕਿ ਮੈਂ ਆ। ਪਰ ਉਹ ਮੈਂ ਜਦੋਂ ਸਾਡਾ ਜਨਮ ਹੋਇਆ ਤਾਂ ਅਕਾਲ ਪੁਰਖ ਵਾਹਿਗੁਰੂ ਵੱਲੋਂ ਬਖਸ਼ੀ ਹੋਈ ਜਿਹੜੀ ਆਤਮਾ ਸੀ ਸਾਡੇ ਵਿੱਚ ਆਈ, ਇਸ ਸਰੀਰ ਦੇ ਵਿੱਚ ਆਈ, ਅਤੇ ਇਹ ਸਰੀਰ ਇਸ ਚੀਜ਼ ਦੇ ਕਾਬਲ ਹੋਇਆ ਅਤੇ ਉਹ ਕਹਿ ਸਕੇ ਮੈਂ। ਤਾਂ ਜੇ ਆਪਾਂ ਉਹਨੂੰ ਥੋੜ੍ਹੀ ਜਿਹੀ ਡੂੰਘਾਈ ਨਾਲ ਸੋਚੀਏ ਕਿ ਜੇ ਤੂੰ ਇਸ ਸਰੀਰ ਵਿੱਚ ਨਾ ਆਉਂਦਾ, ਇਸ ਸਰੀਰ ਵਿੱਚ ਤੂੰ ਨਾ ਹੁੰਦਾ, ਅਤੇ ਇਸ ਸਰੀਰ ਵਿੱਚੋਂ ਮੈਂ ਨਹੀਂ ਸੀ ਨਿਕਲ ਸਕਦੀ। ਮੈਂ ਆਈ ਉਦੋਂ ਜਦੋਂ ਤੂੰ ਇਸ ਸਰੀਰ ਦੇ ਵਿੱਚ ਆਇਆ। ਅਤੇ ਹੁਣ ਜੇ ਤੂੰ ਆਉਣ ਦੇ ਨਾਲ ਇਸ ਸਰੀਰ ਦੇ ਵਿੱਚ ਮੈਂ ਆਈ, ਅਤੇ ਵਿਰੋਧਤਾ ਕਿੱਥੋਂ ਆਈ? ਉਹ ਵਿਰੋਧ ਕਿੱਥੋਂ ਆਇਆ? ਉਹਦਾ ਹੱਲ ਕੀ ਹੋ ਸਕਦਾ? ਉਹ ਸਫ਼ਰ ਤੈਅ ਕਰਨ ਵਾਸਤੇ ਤੂੰ ਔਰ ਮੈਂ ਦੇ ਵਿੱਚ ਜਿਹੜਾ ਸਫ਼ਰ ਆ, ਤਾਂ ਕਿ ਤੂੰ ਅਤੇ ਮੈਂ ਜਦੋਂ ਮਿਲ ਜਾਣ ਅਤੇ ਫਿਰ ਉਹ ਤੂੰ ਹੀ ਤੂੰ ਹੋ ਜਾਂਦਾ। ਫਿਰ ਨਾ ਤੂੰ ਰਹਿੰਦਾ ਨਾ ਮੈਂ, ਫਿਰ ਤੂੰ ਹੀ ਤੂੰ ਦੀ ਗੱਲ ਚੱਲਦੀ ਆ। ਫਿਰ ਮੈਂ ਅਤੇ ਤੂੰ ਦੀ ਗੱਲ ਜਿਹੜੀ ਆ ਉਹ ਖਤਮ ਹੋ ਜਾਂਦੀ ਹੈ। ਪਰ ਉਹ ਜਿਹੜਾ ਸਫ਼ਰ ਆ, ਦੁਨੀਆ ਦੇ ਜਿੰਨੇ ਵੀ ਧਰਮ ਹੈ, ਉਹ ਸਫ਼ਰ ਨੂੰ ਤੈਅ ਕਰਨ ਵਾਸਤੇ ਆਪੋ ਆਪਣੇ ਤਰੀਕੇ ਨਾਲ ਉਪਰਾਲੇ ਲੱਭਦੇ ਆ, ਕਿਉਂਕਿ ਸਾਰੇ ਧਰਮ ਨੂੰ ਕਿਹਾ ਗਿਆ ਧਰਮ ਜਿਹੜਾ ਇੱਕ ਰਸਤਾ ਦੱਸਦਾ, ਇੱਕ ਸੇਧ ਦਿੰਦਾ। ਪਰ ਤੂੰ ਔਰ ਮੈਂ ਦਾ ਜਿਹੜਾ ਰਿਸ਼ਤਾ ਆ, ਉਹ ਜਿਹੜਾ ਸਫ਼ਰ ਆ, ਉਹਨੂੰ ਤੈਅ ਕਰਨ ਵਾਸਤੇ ਕਿਹੜੇ ਹਵਾਈ ਜਹਾਜ਼ ਦੀ ਲੋੜ ਪੈਂਦੀ ਆ, ਕਿਹੜੇ ਰਾਕਟ ਦੀ ਲੋੜ ਪੈਂਦੀ ਆ, ਕਿਹੜੀ ਕਾਰ ਦੀ ਲੋੜ ਪੈਂਦੀ ਆ, ਕਿਹੜੀ ਟ੍ਰੇਨ ਦੀ ਲੋੜ ਪੈਂਦੀ ਆ, ਉਹ ਕਿਹੜਾ ਐਸਾ ਯੰਤਰ ਹੈ ਜਿਹਦੇ ਨਾਲ ਉਹ ਜਿਹੜਾ ਸਫ਼ਰ ਉਹ ਤੈਅ ਹੋ ਸਕੇ। ਸਾਰੇ ਧਰਮਾਂ ਨੇ ਆਪੋ ਆਪਣੇ ਤਰੀਕੇ ਨਾਲ ਦੱਸਦਾ। ਕੋਈ ਕਹਿੰਦਾ ਇੰਨੇ ਵਰਤ ਰੱਖ ਲਾ, ਕੋਈ ਕਹਿੰਦਾ ਇੰਨੀ ਦੇਰ ਤੂੰ ਧੂਣੀ ਲਾ ਕੇ ਬਹਿ ਜਾ, ਕੋਈ ਕਹਿੰਦਾ ਕੱਪੜੇ ਲਾ ਕੇ ਬਹਿ ਜਾ, ਕੋਈ ਕਹਿੰਦਾ ਇੰਨਾ ਕੁਛ ਕਰ ਲਾ, ਕੋਈ ਕਹਿੰਦਾ ਸੋਨੇ ਦਾ ਮੰਦਰ ਉਸਾਰ ਦੇ, ਕੋਈ ਕਹਿੰਦਾ ਇੰਨੀਆਂ ਗਊਆਂ ਦਾਨ ਕਰ ਦੇ। ਹਰ ਤਰੀਕੇ ਨੇ ਆਪੋ ਆਪਣੇ ਸਿਸਟਮ ਬਣਾਏ ਆ। ਕੋਈ ਸਾਡੇ ਸਿਸਟਮ ਦੇ ਨਾਲ ਅੱਜ ਇਹ ਵੀ ਚੱਲ ਪਿਆ ਪਏ ਇੰਨੇ ਅਖੰਡ ਪਾਠ ਕਰਾ ਦਿਓ ਜੀ, ਇੰਨੇ ਅਖੰਡ ਪਾਠ ਦੀ ਲੜੀ ਚਲਾ ਦਿਓ ਜੀ। ਪਰ ਜੇ ਆਪਾਂ ਉਸ ਨੂੰ ਸੋਚੀਏ ਕਿ ਉਹ ਇੰਨਾ ਕੁਛ ਕਰਨ ਲਈ, ਦਾਨ ਪੁੰਨ ਕਰਨ ਦੇ ਨਾਲ ਸਾਡੀ ਮੈਂ ਨੂੰ ਤਾਕਤ ਮਿਲੀ ਆ, ਜਾਂ ਕਿ ਅਸੀਂ ਤੂੰ ਦੇ ਲਾਗੇ ਗਏ ਹਾਂ। ਪਰ ਬਹੁਤੇ ਸਾਡੇ ਕਰਮ ਜਿਹੜੇ ਆ, ਜੋ ਅਸੀਂ ਇੱਦਾਂ ਦੇ ਕੰਮ ਕਰਦੇ ਹਾਂ, ਜਾਂ ਅਖੰਡ ਪਾਠ ਸਾਹਿਬ ਕਰਾਤੇ, ਬੜੇ ਬੜੇ ਲੰਗਰ ਲਵਾਤੇ, ਜਾਂ ਗੁਰਦੁਆਰਾ ਸਾਹਿਬ ਬਣਾਤੇ, ਜਾਂ ਮੰਦਰ ਬਣਾਤੇ, ਜਾਂ ਹੋਰ ਕੋਈ ਇੱਦਾਂ ਪੁੰਨ ਦਾਨ ਕਰਤਾ, ਉਹਦੇ ਨਾਲ ਸਾਡੀ ਹਉਮੈ ਨੂੰ ਤਾਂ ਪੱਠੇ ਪੈ ਜਾਂਦੇ ਆ। ਪਰ ਅਸੀਂ ਉਹ ਤੂੰ ਦੇ ਲਾਗੇ ਨਹੀਂ ਜਾ ਸਕਦੇ, ਕਿਉਂਕਿ ਤੂੰ ਦੇ ਲਾਗੇ ਜਾਣ ਵਾਸਤੇ ਉਹ ਜਿਹੜੀ ਮੈਂ ਆ, ਉਸ ਨੂੰ
ਮਾਰਨਾ ਪੈਂਦਾ, ਉਹਨੂੰ ਖਤਮ ਕਰਨਾ ਪੈਂਦਾ। ਇਹ ਜਵਾਨ ਆ, ਮੈਂ ਲਈ ਇੱਕ ਸ਼ਬਦ ਆ ਮੰਮਾ, ਤੂੰ ਲਈ ਇੱਕ ਸ਼ਬਦ ਆ ਤੱਤਾ। ਦੋਨੇ ਸ਼ਬਦ ਜਿਹੜੀ ਆ ਸਾਡੀ ਜਵਾਨ ਬੋਲਦੀ ਆ, ਹੋਰ ਕੋਈ ਨਹੀਂ ਬੋਲਦਾ। ਇਹ ਸਾਡੀ ਜਵਾਨ ਹੈ ਜਿਹੜੀ ਆ। ਕਈ ਵਾਰੀ ਗੱਲਾਂ ਚੱਲਦੀਆਂ ਤੇ ਪੁੱਛਿਆ ਜਾਂਦਾ ਕਿ ਦੁਨੀਆ ਦੀ ਸਭ ਤੋਂ ਚੰਗੀ ਚੀਜ਼ ਕਿਹੜੀ ਆ, ਤੇ ਜੇ ਦੁਨੀਆ ਦੀਆਂ ਸਭ ਤੋਂ ਚੰਗੀਆਂ ਚੀਜ਼ਾਂ ਦੇ ਵਿੱਚੋਂ ਇਨਸਾਨੀ ਤੌਰ ਤੇ ਗਿਣਿਆ ਜਾਵੇ, ਇਨਸਾਨ ਦੇ ਸਰੀਰ ਦੇ ਵਿੱਚੋਂ, ਤੇ ਮੇਰੇ ਖਿਆਲ 'ਚ ਸਭ ਤੋਂ ਚੰਗੀ ਚੀਜ਼ ਜਿਹੜੀ ਆ ਜਵਾਨ ਹੀ ਆ। ਤੇ ਜੇ ਦੁਨੀਆ ਦੀ ਸਭ ਤੋਂ ਮਾੜੀ ਚੀਜ਼ ਗਿਣਿਆ ਜਾਵੇ ਇਸ ਦੁਨੀਆ ਦੇ ਵਿੱਚ, ਇਸ ਸਰੀਰ ਦੇ ਵਿੱਚ, ਤਾਂ ਉਹ ਵੀ ਸਾਡੀ ਜਵਾਨ ਹੀ ਆ। ਇਸੇ ਜਵਾਨ ਦੇ ਦੋ ਪਹਿਲੂ ਆ ਗਏ। ਜਿਹੜਾ ਮੈਂ ਕਰਕੇ ਸਾਨੂੰ ਅਕਾਲ ਪੁਰਖ ਵਾਹਿਗੁਰੂ ਤੋਂ ਕਿਤਨਾ ਦੂਰ ਲੈ ਜਾਂਦਾ, ਜਿੱਥੋਂ ਕਈ ਵਾਰੀ ਮੁੜ ਕੇ ਆਉਣ ਦੀ ਆਸ ਮੁੱਕ ਜਾਂਦੀ ਆ, ਜਾਂ 84 ਲੱਖ ਜੂਨਾਂ ਤੋਂ ਬਾਅਦ ਕਿਤੇ ਗੇੜੇ ਦੇ ਵਿੱਚੋਂ ਸਾਨੂੰ ਉਹ ਸਫ਼ਰ ਮਿਲੂਗਾ। ਤੇ ਕਿਤੇ ਇਹ ਜਵਾਨ ਤੂੰ ਕਰਕੇ ਸਾਨੂੰ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਭੇਦ ਕਰ ਦਿੰਦੀ ਆ। ਤੇ ਜਦੋਂ ਭੇਦ ਕਰ ਦਿੰਦੀ ਆ, ਉਹ ਸਫ਼ਰ ਸਾਰਾ ਮੁੱਕ ਜਾਂਦਾ। ਫਿਰ ਉਹ ਸਫ਼ਰ ਜਦੋਂ ਮੁੱਕ ਜਾਂਦਾ, ਫਿਰ ਸਾਡੀ ਜਵਾਨ ਜਿਹੜੀ ਆ ਤੂੰ ਹੀ ਤੂੰ, ਤੂੰ ਹੀ ਤੂੰ, ਤੂੰ ਹੀ ਤੂੰ, ਤੂੰ ਹੀ ਤੂੰ ਦਾ ਲਾਪ ਕਰਦੀ ਆ। ਪਰ ਇਹ ਉਸ ਅਵਸਥਾ ਤੱਕ ਲੈ ਕੇ ਜਾਣ ਵਾਸਤੇ ਕਿ ਸਾਡੀ ਜਿਹੜੀ ਜਵਾਨ ਆ ਉਹਦੇ ਵਿੱਚੋਂ ਤੂੰ ਹੀ ਤੂੰ ਦਾ ਅਲਫਾਜ਼ ਨਿਕਲੇ, ਕਿੰਨੀਆਂ ਕਠਿਨਾਈਆਂ ਦੇ ਵਿੱਚੋਂ ਸਾਨੂੰ ਗੁਜ਼ਰਨਾ ਪੈਂਦਾ। ਪਹਿਲੀ ਗੱਲ ਤਾਂ ਅਸੀਂ ਉਹ ਸਮਝ ਨਹੀਂ ਸਕੇ ਕਿ ਉਹ ਅਸੀਂ ਭਟਕਦੇ ਫਿਰਦੇ ਹਾਂ। ਕਦੀ ਕਿਸੇ ਡੇਰੇ ਤੇ ਜਾਂਦੇ, ਕਦੀ ਕਿਸੇ ਡੇਰੇ ਤੇ ਜਾਂਦੇ ਹਾਂ, ਕਦੀ ਕਿਸੇ ਤੇ ਜਾਂਦੇ ਹਾਂ, ਕਦੀ ਬਾਬਾ ਜੀ ਦੇ ਰੋਡ ਚੜ੍ਹਾਉਂਦੇ ਹਾਂ, ਕਦੀ ਮਾਤਾ ਦੇ ਛੱਤ ਚੜ੍ਹਾ ਦਿੰਦੇ ਹਾਂ, ਕਦੀ ਅਸੀਂ ਅਖੰਡ ਪਾਠ ਸਾਹਿਬ ਕਰਾਉਣ ਤੁਰ ਪੈਂਦੇ ਹਾਂ। ਪਰ ਉਹ ਜਿਹੜੀ ਅਸਲੀ ਗੱਲ ਹੈ ਗੁਰੂ ਸਾਹਿਬ ਸਾਨੂੰ ਦੱਸਦੇ ਆ, ਉਹਦੇ ਵੱਲ ਧਿਆਨ ਨਹੀਂ ਜਾਂਦਾ। ਜਿੱਥੇ ਤੱਕ ਮਾਰਨ ਦੀ ਗੱਲ ਆ, ਅਕਾਲ ਪੁਰਖ ਵਾਹਿਗੁਰੂ ਤੂੰ ਜੇ ਸਾਡੇ ਸਰੀਰ ਦੇ ਵਿੱਚ ਆਇਆ ਤੇ ਤਾਂ ਸਾਡੇ ਸਰੀਰ ਦੇ ਵਿੱਚੋਂ ਮੈਂ ਨਿਕਲੀ। ਤੇ ਜਦੋਂ ਅਕਾਲ ਪੁਰਖ ਵਾਹਿਗੁਰੂ ਆਤਮਿਕ ਤੌਰ ਤੇ ਸਾਡੇ ਵਿੱਚੋਂ ਚਲੇ ਗਿਆ, ਤੇ ਜਿਹੜੀ ਮੈਂ ਸੀ ਉਹ ਆਟੋਮੈਟਿਕ ਖਤਮ ਹੋ ਜਾਂਦੀ ਹੈ। ਕਿਉਂਕਿ ਆਦਮੀ ਉਨੀ ਦੇਰ ਮੈਂ ਕਰਦਾ ਹੈ ਜਿੰਨੀ ਦੇਰ ਉਹਦੇ ਸਰੀਰ ਦੇ ਵਿੱਚ ਆਤਮਾ ਹੈਗੀ, ਉਹਦੇ ਸਰੀਰ ਦੇ ਵਿੱਚ ਜਾਨ ਹੈਗੀ। ਨਹੀਂ ਤਾਂ ਜਦੋਂ ਅਕਾਲ ਪੁਰਖ ਵਾਹਿਗੁਰੂ ਦੇ ਭਾਣੇ ਦੇ ਵਿੱਚ ਉਹਦਾ ਸਮਾਂ ਪੂਰਾ ਹੋ ਜਾਂਦਾ, ਸਾਡੇ ਵਿੱਚੋਂ ਆਤਮਾ ਨਿਕਲ ਜਾਂਦੀ ਆ। ਸਾਡਾ ਸਰੀਰ ਤਾਂ ਇੱਥੇ ਰਹਿੰਦਾ, ਅੱਖਾਂ ਕੰਮ ਨਹੀਂ ਕਰਦੀਆਂ, ਦੇਖ ਨਹੀਂ ਸਕਦੀਆਂ। ਅੱਖਾਂ ਹੈ ਪਰ ਦੇਖ ਨਹੀਂ ਸਕਦੀਆਂ, ਜੀਭ ਹੈ ਪਰ ਬੋਲ ਨਹੀਂ ਸਕਦੀ, ਹੱਥ ਹੈਗੇ ਕੋਈ ਕੰਮ ਨਹੀਂ ਕਰ ਸਕਦੇ, ਪੈਰ ਹੈਗੇ ਸਾਡੇ ਤੁਰ ਨਹੀਂ ਸਕਦੇ। ਸਾਡੇ ਕੋਲ ਸਾਰਾ ਕੁਝ ਹੈ, ਮੈਂ ਵਾਲੀਆਂ ਸਾਰੀ ਚੀਜ਼ਾਂ ਮੇਰੇ ਕੋਲ ਹੈਗੀਆਂ। ਜਿੰਨੀਆਂ ਵੀ ਚੀਜ਼ਾਂ ਮੈਂ ਵਾਲੀਆਂ ਸਾਰੀਆਂ ਚੀਜ਼ਾਂ ਮੇਰੇ ਕੋਲ ਹੈਗੀਆਂ। ਪਰ ਉਹ ਚੀਜ਼ ਤੂੰ ਮੇਰੇ ਵਿੱਚੋਂ ਨਿਕਲ ਗਈ। ਜਦੋਂ ਤੂੰ ਨਿਕਲ ਗਈ ਤੇ ਮੈਂ ਆਟੋਮੈਟਿਕ ਮਰ ਗਈ। ਪਰ ਇੱਥੇ ਥੋੜ੍ਹੀ ਜਿਹੀ ਇੱਕ ਸਮਝਣ ਵਾਲੀ ਗੱਲ ਆ, ਪਰ ਜਦੋਂ ਤੂੰ ਨਿਕਲ ਗਿਆ ਉਦੋਂ ਮੈਂ ਮਰ ਗਈ। ਉਹਦਾ ਮਰੀ ਦਾ ਨਾ ਮਰੀ ਦਾ ਕੋਈ ਫਾਇਦਾ ਨਹੀਂ ਗਾ। ਉਹ ਫਿਰ ਮਰੀ ਜਾਂ ਨਾ ਮਰੀ ਉਹਦਾ ਕੋਈ ਫਾਇਦਾ ਨਹੀਂ। ਜਦ ਤੂੰ ਹੀ ਨਿਕਲ ਗਿਆ ਫਿਰ ਉਹ ਮੈਂ ਮਰੀ ਜਾਂ ਨਾ ਮਰੀ ਕੋਈ ਫਾਇਦਾ ਨਹੀਂ। ਕਰਨਾ ਕੀ ਆ? ਜੋ ਗੁਰੂ ਸਾਹਿਬ ਸਾਨੂੰ ਹੁਕਮ ਕਰਦੇ ਆ, ਹੁਕਮ ਤਾਂ ਇਹ ਹੈ ਸਾਨੂੰ ਵੀ ਜੀਂਦੇ ਜੀ ਉਸ ਮੈਂ ਨੂੰ ਮਾਰਨਾ। ਪਹਿਨਾ ਮਰਨ ਕਬੂਲ जीवन की छड़ आस, हो सबना की ऋण का तो आओ हमारे पास। मरता मरता जग मोया मर भी ना जाने कोई, ऐसी मरनी जो मरे बहुत ना मरना होए। जींदे जी कहते आ हुण जी वो बंदा पूरा हो गया, जिहड़ा सारी जिंदगी पूरा नहीं हो सकिया, जिन्हें अपनी जिंदगी के 60 65 70 80 साल जोड़े जी ले पर वो पूरा नहीं हो सकिया। तुसी कितना समझते कि जो मर गया वो पूरा हो जाएगा? नहीं, पूरा नहीं। वो अधूरा जिया तो अधूरा ही मर गया। पूरा बंदा उदों ही होंदा है जदों अकाल पुरख वाहिगुरू के भाने दे विच आके जिहड़ी मैं आ उहनूं रोक के, उहदे कदमां नूं रोक के ते तूं दी गल करके, तूं दे विच भेद हो के ते फिर वो कह दिंदा तूं ही तूं, तूं ही तूं, तूं ही तूं। श्री गुरु ग्रंथ साहिब दे विच
ਬਹੁਤ ਸਾਰੇ ਭਗਤਾਂ ਦੀਆਂ ਬਾਣੀਆਂ, ਗੁਰਸਿੱਖਾਂ ਦੀਆਂ ਬਾਣੀਆਂ, ਗੁਰੂ ਸਾਹਿਬਾਂ ਦੀ ਬਾਣੀ ਜਿਹੜੀ ਅਕਾਲ ਪੁਰਖ ਵਾਹਿਗੁਰੂ ਵੱਲੋਂ ਆਈ। ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਸ਼ੇਸ਼ਤਾ ਇਹ ਬਹੁਤ ਵੱਡੀ ਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹੀ ਬਾਣੀਆਂ ਦਰਜ ਕੀਤੀਆਂ ਗਈਆਂ ਜਿਹੜੀ ਤੂੰ 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 ਹੀ ਤੂੰ ਤੂੰ ਹੀ ਤੂੰ ਦੀ ਉਸਤਤ ਕਰਦੇ ਸੀ। ਚਾਹੇ ਉਹ ਭਗਤ ਕਿਸੇ ਵੀ ਭਗਤ ਦੇ ਰੂਪ ਵਿੱਚ ਆਏ, ਔਰ ਉਹਨਾਂ ਦੇ ਮੁੱਖ ਦੇ ਵਿੱਚੋਂ ਜਿਹੜੀ ਬਾਣੀ ਅਕਾਲ ਪੁਰਖ ਵਾਹਿਗੁਰੂ ਦੀ ਉਸਤਤ ਵਿੱਚ ਨਿਕਲੀ, ਜਿਹੜਾ ਰਸਤਾ ਅਕਾਲ ਪੁਰਖ ਵਾਹਿਗੁਰੂ ਦੇ ਵੱਲ ਲੈ ਕੇ ਜਾਂਦਾ ਸੀ, ਜਿਹੜੇ ਬੋਲ ਅਕਾਲ ਪੁਰਖ ਵਾਹਿਗੁਰੂ ਵੱਲ ਲੈ ਕੇ ਜਾਂਦੇ ਸੀ, ਉਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਕੀਤੇ ਗਏ ਸ਼ਬਦ ਗੁਰੂ ਦੇ ਰੂਪ ਦੇ ਵਿੱਚ। ਪਰ ਜਦੋਂ ਅਸੀਂ ਸ਼ਬਦ ਗੁਰੂ ਦਾ ਪਿੱਛਾ ਛੱਡ ਕੇ ਜਾਂ ਸ਼ਬਦ ਗੁਰੂ ਦੇ ਲਾੜ ਨਹੀਂ ਲੱਗਦੇ ਤੇ ਅਸੀਂ ਦੇਹਧਾਰੀ ਗੁਰੂਆਂ ਦੀ ਭਾਲ ਵਿੱਚ ਤੁਰ ਪੈਂਦੇ ਹਾਂ ਜਾਂ ਦੇਹਧਾਰੀ ਗੁਰੂਆਂ ਕੋਲ ਚਲ ਜਾਂਦੇ ਹਾਂ, ਜੋ ਖੁਦ ਆਪ ਭਟਕਦੇ ਫਿਰਦੇ ਆ ਹਜੇ ਤੱਕ, ਜਿਨ੍ਹਾਂ ਨੂੰ ਆਪ ਹਜੇ ਤੱਕ ਕੁਛ ਪ੍ਰਾਪਤ ਨਹੀਂ ਹੋਇਆ। ਜਿਹੜੇ ਭਗਤਾਂ ਸੰਤਾਂ ਨੂੰ ਕੁਛ ਪ੍ਰਾਪਤ ਹੋ ਗਿਆ ਉਹ ਅਕਾਲ ਪੁਰਖ ਵਾਹਿਗੁਰੂ ਨਾਲ ਮਿਲ ਗਏ, ਪਰ ਉਹਨਾਂ ਨੇ ਕਦੀ ਵੀ ਆਪਣੇ ਡੇਰੇ ਤੇ ਆਪਣੀਆਂ ਸੰਸਥਾ ਬਣਾ ਕੇ ਤੇ ਆਪਣੀਆਂ ਗੁਰਗੱਦੀਆਂ ਨਹੀਂ ਚਲਾਈਆਂ। ਉਹ ਤਾਂ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਆਪ ਖੁਦ ਪਿਆਰੇ ਹੋ ਗਏ ਔਰ ਉਹੀ ਰਸਤਾ ਦੱਸ ਕੇ ਗਏ ਜਿਸ ਰਸਤੇ 'ਤੇ ਚੱਲ ਕੇ ਉਹਨਾਂ ਨੇ ਅਕਾਲ ਪੁਰਖ ਵਾਹਿਗੁਰੂ ਨੂੰ ਪਾਇਆ। ਪਰ ਉਹਨਾਂ ਨੇ ਆਪਣੀਆਂ ਡੇਰੇ ਤੇ ਆਪਣੀਆਂ ਗੁਰਗੱਦੀਆਂ ਜਿਹੜੀਆਂ ਉਹ ਨਹੀਂ ਚਲਾਈਆਂ। ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਵੱਡਾ ਕੋਈ ਇਸ ਦੁਨੀਆ ਦੇ ਉੱਤੇ ਹਜੇ ਤੱਕ ਨਾ ਹੋਇਆ ਤਾਂ ਨਾ ਹੋ ਸਕਦਾ। ਪਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਦੀ ਵੀ ਆਪਣੇ ਆਪ ਨੂੰ ਵਿੱਚ ਨਹੀਂ ਲਿਆਂਦਾ। ਜੇ ਉਸਤਤ ਕੀਤੀ ਆ ਤੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਕੀਤੀ ਆ, ਤੇ ਜੇ ਸਾਨੂੰ ਲੜ ਲਾਇਆ ਤੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਲੜ ਲਾਇਆ। ਤੇ ਉਹ ਲੜ ਲਾਉਣ ਵਾਸਤੇ ਇੱਕੋ ਇੱਕ ਤਰੀਕਾ ਦੱਸਿਆ ਉਹਨਾਂ ਨੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜਿਹੜਾ ਆ, ਸ੍ਰੀ ਗੁਰੂ ਗ੍ਰੰਥ ਸਾਹਿਬ ਸ਼ਬਦ ਗੁਰੂ ਦੇ ਰੂਪ ਵਿੱਚ ਜਿਹੜਾ ਸਾਨੂੰ ਦਿੱਤਾ, ਉਹੀ ਜਿਹੜਾ ਸੀਗਾ ਜਿਹੜੇ ਲੜ ਲਾਇਆ ਸਾਨੂੰ। ਪਰ ਅਸੀਂ ਭੁੱਲੇ ਭਟਕੇ ਅਜੇ ਵੀ ਗੁਰੂ ਨਾਨਕ ਦੇਵ ਜੀ ਦੇ ਸਿੱਖ ਤਾਂ ਜ਼ਰੂਰ ਕਹਾਉਂਦੇ ਹਾਂ, ਪਰ ਹਜੇ ਵੀ ਅਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਕਦੀ ਕਿੱਧਰ ਭਟਕਦੇ ਫਿਰਦੇ ਆ। ਪਰ ਸਾਨੂੰ ਫਿਰ ਉਹੀ ਵਿਚਾਰਨਾ ਚਾਹੀਦਾ, ਜਦੋਂ ਸਾਡਾ ਜਨਮ ਹੋਇਆ, ਇਹ ਸਰੀਰ ਤਾਂ ਬਣਿਆ ਹੀ 5 ਤੱਤਾਂ ਤੋਂ, ਮਾਤਾ ਦੇ ਪੇਟ ਦੇ ਵਿੱਚ ਇਹ 5 ਤੱਤਾਂ ਤੋਂ ਸਰੀਰ ਬਣਿਆ, ਤੇ ਪਰ ਉਹ ਸਰੀਰ ਦੇ ਵਿੱਚ ਤੂੰ ਆਇਆ, ਉਹ ਆਤਮਾ ਆਈ। ਜਿਸ ਆਤਮਾ ਨੂੰ ਅਸੀਂ ਕਹਿੰਦੇ ਜਨਮ ਹੋਇਆ, ਉਹ ਆਤਮਾ ਸਾਡੇ ਸਰੀਰ ਵਿੱਚ ਆਈ। ਤੇ ਜਦੋਂ ਬੱਚਾ ਇਸ ਦੁਨੀਆ 'ਤੇ ਆਇਆ, ਉਦੋਂ ਬਾਅਦ ਉਹਦੇ ਮੁਖ ਦੇ ਵਿੱਚੋਂ ਮਾਂ ਦਾ ਸ਼ਬਦ ਨਿਕਲਿਆ ਜਾਂ ਉਹ ਬੱਚਾ ਰੋਇਆ, ਤੇ ਉਦੋਂ ਉਹ ਜਿਹੜਾ ਮੈਂ ਜਿਹੜੀ ਆ ਉਹਨੇ ਜਨਮ ਲਿਆ। ਉਦੋਂ ਹੀ ਜਨਮ ਲਿਆ ਜਦੋਂ ਤੂੰ ਜਨਮ ਦਿੱਤਾ। ਪਰ ਇਹ ਖੇਡ ਆ ਅਕਾਲ ਪੁਰਖ ਵਾਹਿਗੁਰੂ ਦੀ। ਹੁਣ ਕਈ ਵਾਰੀ ਸੋਚਿਆ ਜਾਂਦਾ ਵੀ ਜੇ ਮਾੜੇ ਕੰਮ ਕਰਨ ਵਾਲੇ ਜਿਹੜੇ ਬੰਦੇ ਆ, ਜੇ ਸਾਰੇ ਕਹਿੰਦੇ ਆ ਵੀ ਅਸੀਂ ਅਕਾਲ ਪੁਰਖ ਵਾਹਿਗੁਰੂ ਦੇ ਭਾਣੇ ਤੋਂ ਬਗੈਰ ਹੋਰ ਕੁਛ ਨਹੀਂ ਹੁੰਦਾ, ਜੋ ਕੁਛ ਅਕਾਲ ਪੁਰਖ ਵਾਹਿਗੁਰੂ ਕਰਦਾ ਉਹੀ ਹੁੰਦਾ, ਤੇ ਫਿਰ ਜਿਹੜੇ ਮਾੜੇ ਕੰਮ ਕਰਨ ਵਾਲੇ ਆ ਉਹਨਾਂ ਨੂੰ ਵੀ ਉਹੀ ਪੈਦਾ ਕਰਦਾ। ਉਹ ਇਸ ਦੁਨੀਆ 'ਤੇ, ਇਸ ਧਰਤੀ 'ਤੇ ਆ ਕੇ ਮਾੜੇ ਕਰਮ ਕਰਦੇ ਆ, ਤੇ ਰੱਬ ਉਹਨਾਂ ਨੂੰ ਮਾਰ ਕਿਉਂ ਨਹੀਂ ਦਿੰਦਾ? ਆਮ ਤੌਰ 'ਤੇ ਬੱਚੇ ਸਵਾਲ ਕਰ ਦਿੰਦੇ ਆ, ਜੇ ਰੱਬ ਨੇ ਬਣਾਏ ਆ, ਰੱਬ ਇਹ ਕਰਦਾ, ਤੇ ਰੱਬ ਦਾ ਫਰਜ਼ ਆ ਵੀ ਉਹਨਾਂ ਨੂੰ ਖਤਮ ਕਰ ਦੇਵੇ, ਜਿਹਨੂੰ ਮਾਰ ਦੇਵੇ। ਬੰਦੇ ਦਾ ਜਿਹੜਾ ਕੰਮ ਹੈ ਉਹ ਮੁੱਕ ਜਾਂਦਾ, ਜਾਂ ਰੱਬ ਦੇ ਭਾਣੇ ਦੇ ਵਿੱਚ ਸਾਰਾ ਕੁਛ ਹੈ। ਪਰ ਅਕਾਲ ਪੁਰਖ ਵਾਹਿਗੁਰੂ ਬੜਾ ਬੇਅੰਤ ਆ, ਔਰ ਗੁਰੂ ਸਾਹਿਬ ਨੇ ਸਾਨੂੰ ਬੜੇ ਸੋਹਣੇ ਤਰੀਕੇ ਨਾਲ ਦੱਸਿਆ ਆ, ਮੈਂ ਹੂੰ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਇਹ ਅਕਾਲ ਪੁਰਖ ਵਾਹਿਗੁਰੂ ਦੀ ਖੇਡ ਆ। ਔਰ ਜਪਜੀ ਸਾਹਿਬ ਦੇ ਅਖੀਰ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਗੁਰੂ ਸਾਹਿਬ ਨੇ ਸਾਨੂੰ ਸਮਝਾਉਣ ਲਈ ਆਖੀ ਆ। ਪਰ ਦੁੱਖ ਵਾਲੀ ਗੱਲ ਹੈ ਕਿ ਅਸੀਂ ਵਿਚਾਰਦੇ ਘੱਟ ਹਾਂ, ਅਸੀਂ ਰੱਟਾ ਲਾ ਕੇ ਪੜ੍ਹੀ ਜਾਂਦੇ ਹਾਂ, ਜਾਂ ਕਿਸੇ ਕੋਲ ਪੈਸੇ ਦੇ ਕੇ ਪੜਵਾ ਲਈਦਾ ਵੀ ਤੂੰ ਪੜ੍ਹਦੇ ਕੋਈ ਨਹੀਂ, ਤੈਨੂੰ 500 ਰੁਪਈਆ ਮਿਲ ਜੂਗਾ, ਅਤੇ ਅਸੀਂ ਉਹਨੇ ਦੇ ਵਿੱਚ ਆਪਣੀ ਵਡਿਆਈ ਸਮਝਦੇ ਹਾਂ। ਪਰ ਇਹ ਨਹੀਂ ਸੋਚਦੇ ਵੀ ਜਿਹੜਾ 500 ਰੁਪਈਆ ਦੇ ਕੇ ਮੈਂ ਕਿਸੇ ਤੋਂ ਅਖੰਡ ਪਾਠ ਸਾਹਿਬ ਕਰਾਇਆ, ਉਹਨਾਂ ਮੇਰੀ ਹਉਮੈ ਤਾਂ ਵੱਧ ਸਕਦੀ ਹੈ, ਮੇਰੀ ਮੈਂ ਤਾਂ ਵੱਧ ਸਕਦੀ ਹੈ, ਪਰ ਤੂੰ ਦੇ ਲਾਗੇ ਨਹੀਂ ਜਾ ਸਕਦਾ। ਤੂੰ ਦੇ ਲਾਗੇ ਜਾਣ ਵਾਸਤੇ ਸਾਨੂੰ ਖੁਦ ਆਪਣੇ ਪੈਰਾਂ ਦੇ ਨਾਲ, ਇਸ ਸਰੀਰ ਦੇ ਨਾਲ ਚੱਲ ਕੇ ਜਾਣਾ ਪਊਗਾ। ਤੂੰ ਦੇ ਕੋਲ ਜਾਣ ਲਈ ਸਾਨੂੰ ਆਪਣੇ ਇਹਨਾਂ ਹੱਥਾਂ ਦੇ ਨਾਲ ਸੇਵਾ ਕਰਨੀ ਪਊਗੀ। ਤੂੰ ਦੇ ਕੋਲ ਜਾਣਨਾ ਆਪਣੇ ਕੰਨਾਂ ਦੇ ਨਾਲ ਸੁਣਨਾ ਪਊਗਾ। ਤੂੰ ਦੇ ਕੋਲ ਜਾਣਨਾ ਆਪਣੀ ਜ਼ੁਬਾਨ ਨਾਲ
ਤੂੰ ਹੀ ਤੂੰ, ਤੂੰ ਹੀ ਤੂੰ, ਤੂੰ ਹੀ ਤੂੰ ਬੋਲਣਾ ਪਏਗਾ। ਪਰ ਉਹ ਅਸੀਂ ਕਰਦੇ ਨਹੀਂ, ਅਸੀਂ ਜੇਬ 'ਚੋਂ ਨੋਟ ਕੱਢ ਕੇ ਦੇ ਦਿੰਦੇ ਹਾਂ। ਇਸ ਕਰਕੇ ਸਾਡਾ ਉਹ ਜਿਹੜਾ ਦੁਖਾਂਤ ਆ ਉਹ ਵੱਧਦਾ ਜਾਂਦਾ। ਗੁਰੂ ਸਾਹਿਬ ਨੇ ਜਪਜੀ ਸਾਹਿਬ ਦੇ ਅਖੀਰ ਦੇ ਵਿੱਚ ਬੜੀ ਉੱਚੀ ਆਵਾਜ਼ ਵਿੱਚ ਆਖਿਆ ਹੈ, ਸ਼ਲੋਕ ਸੁਣੋ। ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਦਿਵਸ ਰਾਤ ਦੋਏ ਦਾਈ ਦਾਇਆ, ਖੇਲੇ ਸਗਲ ਜਗਤ, ਚੰਗਿਆਈਆਂ ਬੁਰਾਈਆਂ ਵਾਚੇ ਧਰਮ ਹਦੂਰ, ਕਰਮੀ ਆਪ ਆਪਣੀ ਕੇ ਨੇੜੇ ਕੇ ਦੂਰ, ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖੁਜਲੇ ਕੀਤੀ ਛੁੱਟੀ ਨਾਲ। ਗੁਰੂ ਸਾਹਿਬ ਨੇ ਸਾਨੂੰ ਸਪਸ਼ਟ ਸ਼ਬਦਾਂ ਦੱਸਿਆ ਕਿ ਅਕਾਲਪੁਰਖ ਵਾਹਿਗੁਰੂ ਇੱਕ ਜਿੱਦਾਂ ਬਜ਼ੁਰਗ ਹੁੰਦੇ ਆ ਸਾਡੇ ਵੱਡੇ ਵਡੇਰੇ, ਉਹਨਾਂ ਦੇ ਰੂਪ ਵਿੱਚ ਆਪਣੇ ਬੱਚਿਆਂ ਨੂੰ ਉਹ ਜਿੱਦਾਂ ਵੱਡੇ ਵਡੇਰੇ ਦੇਖਦੇ ਆ, ਖੇਡਦੇ ਆ, ਖੁਸ਼ ਹੁੰਦੇ ਆ, ਉਹਨਾਂ ਨੂੰ ਖੇਡਣ ਲਈ ਸਮਾਂ ਦਿੰਦੇ ਆ, ਉਹਨਾਂ ਨੂੰ ਖੇਡ ਵੀ ਦਿੰਦੇ ਆ। ਇਸੇ ਤਰ੍ਹਾਂ ਅਕਾਲਪੁਰਖ ਵਾਹਿਗੁਰੂ ਸਾਡਾ ਪਿਤਾ ਹੈ, ਉਹ ਸਾਡੀ ਮਾਤਾ ਹੈ। ਉਸ ਨੇ ਸਾਨੂੰ ਇਸ ਸ੍ਰਿਸ਼ਟੀ 'ਤੇ ਇਸ ਦੁਨੀਆ ਦੇ ਵਿੱਚ ਇਨਸਾਨੀ ਜਾਮਾ ਦੇ ਕੇ ਭੇਜਿਆ ਹੈ। ਔਰ ਉਹ ਬਹਿ ਕੇ ਅਕਾਲਪੁਰਖ ਵਾਹਿਗੁਰੂ ਦਿਨ ਅਤੇ ਰਾਤ ਦੇ ਰੂਪ ਦੇ ਵਿੱਚ ਸਾਡਾ ਇਹ ਜੋ ਖੇਲ ਤਮਾਸ਼ਾ ਹੈ ਉਹ ਦੇਖ ਰਿਹਾ, ਸਾਨੂੰ ਖੇਡਣ ਲਈ ਦਿੱਤਾ। ਇਸ ਖੇਡ ਦੇ ਵਿੱਚੋਂ ਕਿਹੜੇ ਤਰੀਕੇ ਨਾਲ ਅਸੀਂ ਪਾਰ ਲੰਘ ਜਾਂਦੇ ਹਾਂ, ਕਿਹੜੇ ਤਰੀਕੇ ਨਾਲ ਅਸੀਂ ਪਾਸ ਹੋ ਜਾਂਦੇ ਹਾਂ, ਕਿਹੜੇ ਤਰੀਕੇ ਨਾਲ ਮੈਂ ਅਤੇ ਤੂੰ ਦਾ ਸਫ਼ਰ ਜਿਹੜਾ ਅਸੀਂ ਤੈਅ ਕਰ ਜਾਂਦੇ ਹਾਂ, ਉਹਦਾ ਤਰੀਕਾ ਤਾਂ ਅਕਾਲਪੁਰਖ ਵਾਹਿਗੁਰੂ ਨੇ ਸਾਨੂੰ ਦੱਸਤਾ। ਪਰ ਉਹਦੇ ਵਿੱਚ ਖੇਡ ਜਿਹੜੀ ਆ, ਉਹ ਖੇਡਣਾ ਜਿਹੜਾ ਆ ਉਹ ਅਸੀਂ ਆ। ਭਾਵੇਂ ਸਾਰਾ ਕੁਛ ਅਕਾਲਪੁਰਖ ਵਾਹਿਗੁਰੂ ਦੇ ਹੱਥ ਵਿੱਚ ਹੁੰਦਾ, ਪਰ ਕੁਛ ਚੀਜ਼ਾਂ ਜਿਹੜੀਆਂ ਅਕਾਲਪੁਰਖ ਵਾਹਿਗੁਰੂ ਨੇ ਸਾਨੂੰ ਦੇ ਦਿੱਤੀਆਂ। ਉਹਨਾਂ ਦਿੱਤੀਆਂ ਹੋਈਆਂ ਚੀਜ਼ਾਂ ਨੂੰ ਅਸੀਂ ਕਿਹੜੇ ਤਰੀਕੇ ਨਾਲ ਵਰਤਣਾ ਆ, ਉਹ ਸਾਡਾ ਕਰਮ ਆ, ਉਹ ਸਾਡਾ ਧਰਮ ਆ। ਉਹ ਸਾਡੇ ਕਰਮ ਅਤੇ ਸਾਡੇ ਧਰਮ ਤੋਂ ਜੋ ਵੀ ਫਲ ਉਹਦਾ ਲੱਗਣਾ ਆ, ਉਹਦਾ ਫਲ ਸਾਨੂੰ ਜਿਹੜਾ ਆ ਉਹ ਬਾਅਦ 'ਚ ਜਿੱਦਾਂ ਅਸੀਂ ਕਹਿੰਦੇ ਨਾ ਪੂਰਬਲੇ ਕਰਮਾਂ ਦਾ ਕਰਕੇ ਸਾਨੂੰ ਇਸ ਜਨਮ ਦੇ ਵਿੱਚ ਮਿਲਿਆ, ਇਹ ਦੇਹੀ ਜਨਮ ਮਿਲਿਆ। ਕਿਸੇ ਕੋਈ ਅਮੀਰ ਦੇ ਘਰ ਜੰਮਿਆ, ਕੋਈ ਗਰੀਬ ਦੇ ਘਰ ਜੰਮਿਆ, ਕੋਈ ਮੁਸਲਮਾਨਾਂ ਦੇ ਘਰ ਜੰਮਿਆ, ਕੋਈ ਹਿੰਦੂਆਂ ਦੇ ਘਰ ਜੰਮਿਆ, ਕੋਈ ਸਿੱਖਾਂ ਦੇ ਘਰ ਜੰਮਿਆ। ਉਹ ਸਾਡੇ ਪੂਰਬਲੇ ਕਰਮਾਂ ਦੇ ਹਿਸਾਬ ਨਾਲ ਜੰਮਿਆ। ਪਰ ਜਿਹੜੇ ਕਰਮ ਅਸੀਂ ਹੁਣ ਆਪ ਖੁਦ ਇਸ ਦੇਹ ਦੇ ਵਿੱਚ ਰਹਿ ਕੇ ਕਰਨੇ ਆ, ਜਿਹੜੀ ਡਿਊਟੀ ਅਕਾਲਪੁਰਖ ਵਾਹਿਗੁਰੂ ਨੇ ਸਾਡੇ ਉੱਤੇ ਲਾਈ, ਉਹਨੂੰ ਅਸੀਂ ਕਿੱਦਾਂ ਭੁਗਤਾ ਰਹੇ ਹਾਂ। ਸਾਨੂੰ ਸਾਰਿਆਂ ਨੂੰ ਉਹਨੇ ਅੱਖਾਂ ਉਹੀ ਦਿੱਤੀਆਂ ਆ, ਪਰ ਉਹਨਾਂ ਅੱਖਾਂ ਦੇ ਨਾਲ ਕੋਈ ਗੰਦ ਦੇਖਦਾ ਆ, ਕੋਈ ਚੰਗਾ ਦੇਖਦਾ। ਇਹ ਪੈਰ ਸਾਨੂੰ ਸਾਰਿਆਂ ਨੂੰ ਦੋ ਦੋ ਦਿੱਤੇ ਆ, ਕੋਈ ਸ਼ਰਾਬ ਦੇ ਠੇਕੇ ਨੂੰ ਤੁਰੇ ਜਾਂਦੇ ਆ ਪੈਰ, ਕੋਈ ਗੁਰਦੁਆਰਾ ਸਾਹਿਬ ਨੂੰ ਤੁਰੇ ਜਾਂਦੇ ਪੈਰ। ਇਹ ਕੰਨ ਦੇ ਨਾਲ ਕੋਈ ਗੁਰਬਾਣੀ ਸੁਣੀ ਜਾਂਦਾ ਆ, ਕੋਈ ਗੰਦੇ ਗੀਤ ਸੁਣੀ ਜਾਂਦਾ। ਸਾਨੂੰ ਅਕਾਲਪੁਰਖ ਵਾਹਿਗੁਰੂ ਨੇ ਇਹ ਸਾਰਾ ਕੁਛ ਬਰਾਬਰ ਦੇ ਨਾਲ ਦਿੱਤਾ ਹੈ। ਭਾਵੇਂ ਅਮੀਰੀਆਂ ਗਰੀਬੀਆਂ ਦਿੱਤੀਆਂ ਸਾਡੇ ਪੂਰਬਲੇ ਕਰਮਾਂ ਦੇ ਹਿਸਾਬ ਨਾਲ, ਪਰ ਸਰੀਰਕ ਤੌਰ 'ਤੇ ਸਾਨੂੰ ਤੀਵਨ ਸਾਰਾ ਕੁਛ ਇੱਕੋ ਜਿਹਾ ਦਿੱਤਾ ਹੈ। ਪਰ ਉਹਦੇ ਵਿੱਚ ਜਿਹੜੇ ਅਸੀਂ ਇੱਧਰ ਗਏ ਹਾਂ ਜਾਂ ਇੱਧਰ ਗਏ ਹਾਂ, ਉਹਦੇ ਦੋਸ਼ੀ ਅਸੀਂ ਹੋ ਸਕਦੇ ਹਾਂ, ਉਹਦੇ ਵਿੱਚ ਦੋਸ਼ੀ ਅਕਾਲਪੁਰਖ ਵਾਹਿਗੁਰੂ ਨਹੀਂ ਹੋ ਸਕਦਾ। ਪਰ ਉਹ ਇਹ ਜਿਹੜੀ ਖੇਡ ਆ ਸਾਡੀ, ਉਹ ਦੇਖ ਰਿਹਾ, ਔਰ ਉਹ ਇਸ ਤਰੀਕੇ ਨਾਲ ਦੇਖ ਰਿਹਾ, ਸਾਨੂੰ ਕਿਸੇ ਨੂੰ ਕੁਛ ਨਹੀਂ ਕਹਿ ਰਿਹਾ। ਸਾਡੇ ਮੂਹਰੇ ਸਾਰਾ ਰਸਤਾ ਹੈ। ਹੁਣ ਅਸੀਂ ਚੱਲਣਾ ਕਿੱਧਰ ਨੂੰ ਚੱਲਦੇ ਹਾਂ, ਹੁਣ ਅਸੀਂ ਦੇਖਣਾ ਅਸੀਂ ਕੀ ਦੇਖਦੇ ਹਾਂ, ਹੁਣ ਅਸੀਂ ਦੇਖਣਾ ਅਸੀਂ ਕੀ ਸੁਣਦੇ ਹਾਂ। ਪਰ ਆਪਾਂ ਇਹ ਜ਼ਰੂਰ ਸੋਚਣਾ ਕਿ ਜਿਹੜਾ ਮੈਂ ਅਤੇ ਤੂੰ ਇਸੇ ਜਵਾਨ 'ਤੇ ਹੈ। ਜਦ ਤੱਕ ਤੂੰ ਇਸ ਸਰੀਰ ਵਿੱਚ ਆ, ਉਨੀ ਦੇਰ ਹੀ ਮੈਂ ਇਸ ਸਰੀਰ ਦੇ ਵਿੱਚ ਆ। ਜਦੋਂ ਤੂੰ ਇਸ ਸਰੀਰ ਦੇ ਵਿੱਚ ਨਿਕਲ ਜਾਣਾ, ਉਦੋਂ ਹੀ ਮੈਂ ਜਿਹੜੀ ਆ ਉਹ ਖਤਮ ਹੋ ਜਾਣੀ। ਉਦੋਂ ਮੈਂ ਇਸ ਦੁਨੀਆ 'ਤੇ ਨਹੀਂ ਰਹਿਣੀ, ਕਿਉਂਕਿ ਮੈਂ ਦੀ ਵੱਖਰੀ ਕੋਈ ਹੋਂਦ ਨਹੀਂ। ਮੈਂ ਦੀ ਹੋਂਦ ਉਦੋਂ ਤੱਕ ਆ ਜਿੰਨੀ ਦੇਰ ਤੂੰ ਦੀ ਹੋਂਦ ਇੱਥੇ ਹੈ। ਇਸ ਖੁਲਾਸੇ ਨੂੰ ਖੋਲ੍ਹਣ ਵਾਸਤੇ, ਇਸ ਖੁਲਾਸੇ ਦੇ ਉੱਤੇ ਵਿਚਾਰ ਕਰਨ ਵਾਸਤੇ ਮੈਂ ਔਰ ਤੂੰ ਦੇ ਸਫ਼ਰ ਦੇ ਵਿੱਚ ਆਪਾਂ ਹੋਰ ਅੱਗੇ ਚੱਲ ਕੇ ਵਿਚਾਰਾਂ ਕਰਾਂਗੇ। ਹੁਣ ਸਾਡਾ ਬ੍ਰੇਕ ਦਾ ਸਮਾਂ ਹੋ ਗਿਆ। ਬ੍ਰੇਕ ਤੋਂ ਬਾਅਦ ਅਸੀਂ ਆਪ ਜੀ ਨੂੰ ਫਿਰ ਮਿਲਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਹੀ ਤੂੰ